बुक हैगी है उस बारे ਜਿਹੜੀ ਆਪਣੀਆਂ ਛੋਟੀਆਂ ਲੜਕੀਆਂ ਟੀਨੇਜਰਸ ਜਾਂ ਜਿਹੜੀ ਲੇਡੀਜ਼ ਨੇ 40 ਦੀ ਏਜ ਵਿੱਚ ਜਾਂ 50 ਦੀ ਏਜ ਵਿੱਚ ਉਹਨਾਂ ਨੂੰ ਇਨਸਪਾਇਰ ਕਰਨ ਲਈ। ਲੁਧਿਆਣਾ ਦੇ ਤੁਸੀਂ ਕਿਹੜੇ ਇਲਾਕੇ 'ਚ ਜਾਂ ਕਿਸ ਫੈਮਿਲੀ 'ਚ ਜਿਵੇਂ ਲੋਕਾਂ ਨੂੰ ਬਹੁਤ ਸ਼ੌਂਕ ਹੋਏਗਾ ਕਿਉਂਕਿ ਅੱਜ ਤੁਸੀਂ ਵਰਲਡ ਦੇ ਵਿੱਚ 5 ਕੰਟੀਨੈਂਟਲਸ ਦੀ ਵੂਮਨਸ ਦੇ ਵਿੱਚ ਤੁਸੀਂ ਕਵਰ ਕੀਤੇ ਗਏ। ਮੈਂ ਹਜੇ 19 ਈਅਰ ਦੀ ਸੀਗੀ ਜਦੋਂ ਮੇਰੀ ਸ਼ਾਦੀ ਹੋ ਗਈ। ਮੈਂ ਫਿਨਿਸ਼ ਕੀਤੀ ਡਿਗਰੀ ਐਂਡ ਮੈਂ ਫੈਸ਼ਨ ਡਿਜ਼ਾਈਨਿੰਗ ਕਰ ਰਹੀ ਸੀ ਔਰ ਉਦੋਂ 19 ਦੀ ਏਜ ਵਿੱਚ ਮੇਰੀ ਸ਼ਾਦੀ ਹੋ ਗਈ। ਔਰ ਮੇਰੀ ਜੋ ਸਟੋਰੀ ਹੈ ਇਸੇ ਬਾਰੇ ਕਿ ਕਿਵੇਂ ਐਜ਼ ਅ ਕੌਨਫੀਡੈਂਟ ਵੂਮਨ, ਕਿਉਂਕਿ ਮੇਰੀ ਅਪਬ੍ਰਿੰਗਿੰਗ ਉਸ ਹਿਸਾਬ ਨਾਲ ਹੋਈ ਸੀ ਕਿ ਆਈ ਵਾਸ ਵੈਰੀ ਕੌਨਫੀਡੈਂਟ और वेरी असर्टिव। जो मैं कहना सी वो कहना सी और जो मैं करना सी वो करना सी। सो मेरी जो स्टोरी है ऐसे बारी है कि जो तुसी हो वो बन के रहो और जे तुसी बन के रहोगे ना लाइफ च इन्ने चैलेंजेस आएंगे और तुहानू औखे नहीं लगेंगे। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहे हैं तो अज का जिहड़ा साडा टॉपिक है वो है वूमेन। जी हाँ, जिथे असी वूमेन इंपावरमेंट की गल करते हैं सो अज असी तुहानू एक यह जी लुधियाना की शख्सियत नाल मिलान जा रहे हैं जिन्होंने रीसेंटली, जी हाँ रीसेंटली द न्यू वूमेन एक बुक आई है। ऑथर है रितु शर्मा जी, जिहड़े कि कहा जा रहा है कि इंग्लैंड के जिहड़े ऑथर है रितु शर्मा जी, उन्होंने द न्यू वूमेन एक बुक लॉन्च की है जिहड़ी कि 24 अगस्त को शायद लॉन्च हुई है और ये जिहड़ा ऑनलाइन अवेलेबल भी है बुक। ये 5 कॉन्टीनेंटल्स की 33 वूमेनस नूं इहदे विच जिहड़ा हैगा उन्होंने कवर किया। सो साडी खुशकिस्मती है कि वो जिहड़े 33 वूमेनस हैगियां उन्हां विचों एक लुधियाना दे भी वूमेन हैगी हैं। सो असी मिलाने तुहानूं मोनिका जी नाल, जिहड़ी कि लुधियाना दी बॉर्न एंड ब्रॉट अप इन लुधियाना बट नाउ ये इंग्लैंड दे विच रहिंदे हैं। सो इन्हां नूं पुछदे हैं कि क्यों की ये बुक दा मेन परपज़ और क्यों ਇਹਦੇ ਵਿੱਚ ਤੁਹਾਨੂੰ ਕਿੱਦਾਂ ਕਵਰ ਕੀਤਾ ਗਿਆ ਉਹ ਸਾਰੀ ਗੱਲਬਾਤ ਦੱਸੋ। ਨਮਸਕਾਰ ਜੀ। ਨਮਸਕਾਰ ਜੀ ਐਂਡ ਥੈਂਕ ਯੂ ਫॉर ਹੈਵਿੰਗ ਮੀ। ਮੈਂ ਇੱਕ ਕੋ-ਆਥਰ ਹਾਂ ਇਹ ਬੁੱਕ ਵਿੱਚ। ਇਹਦੇ ਵਿੱਚ 33 ਵੂਮਨਸ ਨੇ ਜਿੱਦਾਂ ਤੁਸੀਂ ਕਿਹਾ ਫਰੋਮ ਡਿਫਰੈਂਟ 5 ਕੰਟੀਨੈਂਟਸ ਔਰ ਇਹ ਬੁੱਕ ਲਾਂਚ ਹੋਈ ਹੈ 24th of July। ਜੇ ਤੁਸੀਂ ਤੁਸੀਂ ਆਰਡਰ ਕਰ ਸਕਦੇ ਆ ਐਂਡ ਬੁੱਕ ਹੈਗੀ ਹੈ ਉਸ ਬਾਰੇ ਜਿਹੜੀ ਆਪਣੀਆਂ ਛੋਟੀਆਂ ਲੜਕੀਆਂ ਟੀਨੇਜਰਸ ਜਾਂ ਜਿਹੜੀ ਲੇਡੀਜ਼ ਨੇ 40 ਦੀ ਏਜ ਵਿੱਚ ਜਾਂ 50 ਦੀ ਏਜ ਵਿੱਚ ਉਹਨਾਂ ਨੂੰ ਇਨਸਪਾਇਰ ਕਰਨ ਲਈ, ਕਿਉਂਕਿ ਇਹ ਬੁੱਕ ਵਿੱਚ ਹਰ ਔਰਤ ਨੇ ਆਪਣੀ ਆਪਣੀ ਸਟੋਰੀ ਸੁਣਾਈ ਹੈ ਕਿ ਕਿੱਦਾਂ ਉਹਨਾਂ ਨੂੰ ਮੁਸ਼ਕਿਲਾਂ ਆਈਆਂ, ਕਿੱਦਾਂ ਮੁਸ਼ਕਿਲਾਂ ਤੋਂ ਪਾਰ ਹੋ ਕੇ ਉਹਨਾਂ ਨੂੰ ਦੇ ਆਰ ਜਸਟ ਲਾਈਕ ਅ ਵਿਨਰ, ਕਿਉਂਕਿ ਸ਼ਾਈਨਿੰਗ ਸਟਾਰ ਬਣ ਕੇ ਨਿਕਲੇ। ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਨੂੰ ਪ੍ਰੋਬਲਮ ਆਈ ਜਾਂ ਸਾਨੂੰ ਮੁਸੀਬਤ ਆਈ ਅਤੇ ਹੁਣ ਓਕੇ ਅਸੀਂ ਆਪਣੇ ਡਰੀਮਸ ਨੂੰ ਫੋਲੋ ਨਹੀਂ ਕਰਨਾ ਜਾਂ ਓਕੇ ਲਾਈਫ ਹੀ ਇੰਨੀ ਕੁ ਹੀ ਇੱਦਾਂ ਹੀ ਜੀਣਾ। ਨੋ, ਉਹਨਾਂ ਨੇ ਚੈਲੰਜਿਸ ਨੂੰ ਫੇਸ ਕੀਤਾ। ਚੈਲੰਜਿਸ ਨੂੰ ਫੇਸ ਕਰਕੇ ਉਹ ਜੋ ਉਹਨਾਂ ਨੂੰ ਚੈਲੰਜਿਸ ਆਏ, ਜਿਵੇਂ ਕਿ ਕਈ ਸਟੋਰੀਜ਼ ਹੈਗੀਆਂ ਸੀ ਡੋਮੈਸਟਿਕ ਵਾਇਲੈਂਸ ਸੀ, ਕਈ ਸਟੋਰੀਜ਼ ਹੈਗੀਆਂ ਸੀ ਮੈਨੀਪੂਲੇਸ਼ਨ, ਸਟੋਰੀਜ਼ ਹੈਗੀਆਂ ਸੀ ਕਿਵੇਂ ਉਹ ਕੰਟਰੋਲ ਹੋ ਰਹੇ ਸੀ, ਕਿਵੇਂ ਉਹਨਾਂ ਦੀ ਆਵਾਜ਼ ਨੂੰ ਦਬਾਇਆ ਗਿਆ ਸੀ, ਕਿ ਕਈਆਂ ਨੇ ਅਬਿਊਜ਼ ਵੀ ਸਫਰ ਕੀਤਾ। ਉਹਨਾਂ ਨੇ ਉਹ ਚੈਲੰਜ ਨੂੰ ਲੈ ਕੇ ਅੱਜ ਉਹ ਦੂਜੀ ਔਰਤਾਂ ਨੂੰ ਹੈਲਪ ਕਰ ਰਹੇ ਨੇ ਸੇਮ ਚੈਲੰਜ। ਜਿਵੇਂ ਕਿਸੇ ਨੂੰ ਡੋਮੈਸਟਿਕ ਵਾਇਲੈਂਸ ਦੀ ਪ੍ਰੋਬਲਮ ਆਉਂਦੀ ਉਹਨਾਂ ਨੂੰ ਉਹਦੀ ਹੈਲਪ ਕਰਦੇ ਨੇ, ਜਿਵੇਂ ਕਿਸੇ ਨੇ ਸਫਰ ਅਬਿਊਜ਼ ਕੀਤਾ ਉਹ ਉਹਨਾਂ ਦੀ ਹੈਲਪ ਕਰਦੇ ਨੇ। ਸੋ ਦੇ ਆਰ ਹੈਲਪਿੰਗ ਹੈਂਡਸ ਨਾਓ ਫॉर ਅਦਰ ਵੂਮਨ। ਸੋ ਸਟੋਰੀਜ਼ ਇਜ਼ ਅਬਾਊਟ ਕਿ ਤੁਸੀਂ ਆਪਣੇ ਆਪ ਨੂੰ ਕਦੀ ਵੀ ਲਾਈਫ ਵਿੱਚ ਇੰਨਾ ਮਜਬੂਰ ਨਾ ਸਮਝੋ ਕਿ ਤੁਸੀਂ ਲਾਈਫ ਵਿੱਚ ਅੱਗੇ ਕੁਝ ਕਰ ਨਾ ਪਾਓ। ਤੁਹਾਡੇ ਕੋਲ ਹਜੇ ਵੀ ਇਨਫ ਸਟਰੈਂਥ ਹੈ, ਇਨਫ ਕੌਨਫੀਡੈਂਸ ਹੈ, ਇਨਫ ਪਾਵਰ ਹੈ ਕਿ ਜੇ ਤੁਸੀਂ ਲਾਈਫ ਵਿੱਚ ਕੁਝ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰ ਸਕਦੇ ਹੋ। ਐਂਡ I done it myself. Okay. ਸੋ ਮੈਂ ਇਹ ਪੁੱਛਣਾ ਚਾਹੂੰਗਾ ਰਿਤੂ ਜੀ ਨੂੰ, ਤੁਸੀਂ ਪਹਿਲਾਂ ਤੋਂ ਜਾਣਦੇ ਸੀ ਬਿਕੋਜ਼ ਜਾਂ ਉਹਨਾਂ ਨੇ ਤੁਹਾਨੂੰ ਆਨਲਾਈਨ ਕਿੱਦਾਂ ਸ਼ੀ ਅਪਰੋਚ ਟੂ, ਕਿੱਦਾਂ ਉਹਨਾਂ ਨੇ ਤੁਹਾਨੂੰ ਅਪਰੋਚ ਕੀਤਾ ਔਰ ਕਿੱਦਾਂ ਫਾਈਨਲੀ ਇਹ ਡਿਸਾਈਡ ਹੋਇਆ ਕਿ ਤੁਹਾਨੂੰ ਵੀ 33 ਦੇ ਵਿੱਚ ਕਵਰ ਕੀਤਾ ਜਾ ਰਿਹਾ? ਰਿਤੂ ਨੂੰ ਮੈਂ ਜਾਣਦੀ ਸੀ WhatsApp ਗਰੁੱਪ ਦੇ ਥਰੂ ਬਿਕਾਜ਼ ਵੀਰ ਆਲ ਪਾਰਟ ਆਫ ਅ ਸੇਮ ਵੂਮਨ ਗਰੁੱਪ, ਵੂਮਨ ਇੰਪਾਵਰਮੈਂਟ ਗਰੁੱਪ। ਅਤੇ ਉਹਨਾਂ ਨੇ ਮੈਨੂੰ ਇਵੈਂਟ ਲਈ ਇਨਵਾਈਟ ਕੀਤਾ ਸੀਗਾ ਕਿਉਂਕਿ ਮੇਰੇ ਬਿਜ਼ਨਸ ਹੈਗਾ ਡਿਵਾਈਨ ਹੈਲਥ ਐਂਡ ਵੈਲਬਿੰਗ ਐਂਡ ਮੈਂ ਸਪੈਸ਼ਲਾਈਜ਼ ਕਰਦੀ ਹਾਂ ਸਟਰੈਸ ਐਂਡ ਐਂਗਜ਼ਾਇਟੀ। ਅਤੇ ਉਹ ਚਾਹੁੰਦੇ ਸੀ ਕਿ ਮੈਂ ਕੁਛ ਆ ਕੇ ਵੂਮਨ ਇੰਪਾਵਰਮੈਂਟ ਵਿੱਚ ਇਵੈਂਟ ਵਿੱਚ ਬੋਲਾਂ, ਥੋੜ੍ਹਾ ਜਿਹਾ ਸਾਰਿਆਂ ਨੂੰ ਸਟਰੈਸ ਐਂਡ ਐਂਗਜ਼ਾਇਟੀ ਕਿਸੇ ਵੀ ਲੈਵਲ 'ਤੇ ਹੋ ਜਾਂਦੀ ਹੈ। ਅਤੇ ਉਹਨਾਂ ਨੇ ਚਾਹਿਆ ਸੀ ਕਿ ਮੈਂ ਆ ਕੇ ਸਟਰੈਸ ਐਂਡ ਐਂਗਜ਼ਾਇਟੀ 'ਤੇ ਕੁਛ ਬੋਲਾਂ, ਉਹ ਕੁਛ ਐਸੀ ਟੈਕਨੀਕਸ ਦੇਵਾਂ ਜਿਹਦੇ ਨਾਲ ਬੰਦੇ ਦੀ ਸਟਰੈਸ ਐਂਡ ਐਂਗਜ਼ਾਇਟੀ ਕਾਫੀ ਕੰਟਰੋਲ ਵਿੱਚ ਆ ਜਾਏ, ਮੈਨੇਜ ਆ ਜਾਏ। ਸੋ ਇਸ ਤਰ੍ਹਾਂ ਮੈਂ ਉਹਨਾਂ ਨੂੰ ਜਾਣਦੀ ਸੀ ਔਰ ਜਦੋਂ ਉਹਨਾਂ ਨੂੰ ਮੈਂ ਹਲਕਾ ਜਿਹਾ ਆਪਣੇ ਬਾਰੇ ਦੱਸਿਆ ਕਿ ਮੈਂ ਕਿਵੇਂ ਇੰਡੀਆ ਤੋਂ ਆਈ ਔਰ ਕਿਵੇਂ ਮੈਂ ਆਪਣਾ ਬਿਜ਼ਨਸ ਹੈ ਔਰ ਮੇਰਾ ਹੁਣ ਅਵਾਰਡ ਵਿਨਿੰਗ ਬਿਜ਼ਨਸ ਹੈ, ਕਿ ਫਿਰ ਉਹਨਾਂ ਨੂੰ ਲੱਗਿਆ ਕਿ ਓਕੇ ਇਹ ਸਟੋਰੀ ਦੂਜਿਆਂ ਨੂੰ ਵੀ ਪਤਾ ਹੋਣੀ ਚਾਹੀਦੀ ਹੈ ਤਾਂ ਕਿ ਬਾਕੀ ਦੀ ਔਰਤਾਂ ਔਰ ਲੜਕੀਆਂ ਵੀ ਇੰਸਪਾਇਰ ਹੋ ਸਕਣ।
ਮੈਂ ਪੁੱਛਣਾ ਚਾਹਾਂਗਾ ਕਿ ਜਿਵੇਂ ਤੁਸੀਂ ਦੱਸਿਆ ਲੁਧਿਆਣਾ ਦੇ ਤੁਸੀਂ ਕਿਹੜੇ ਇਲਾਕੇ 'ਚ ਜਾਂ ਕਿਸ ਫੈਮਿਲੀ 'ਚ ਜਿਵੇਂ ਲੋਕਾਂ ਨੂੰ ਬਹੁਤ ਸ਼ੌਂਕ ਹੋਏਗਾ ਕਿਉਂਕਿ ਅੱਜ ਤੁਸੀਂ ਵਰਲਡ ਦੇ ਵਿੱਚ 5 ਕੰਟੀਨੈਂਟਲਸ ਦੀ ਵੂਮਨਸ ਦੇ ਵਿੱਚ ਤੁਸੀਂ ਕਵਰ ਕੀਤੇ ਗਏ ਸੋ ਸਾਨੂੰ ਥੋੜ੍ਹਾ ਜਿਹਾ ਦੱਸੋ ਲੁਧਿਆਣਾ ਤੁਸੀਂ ਅੱਜ ਤੁਹਾਡੇ ਪੇਰੈਂਟਸ ਕਿੱਥੇ ਰਹਿੰਦੇ ਔਰ ਜੇ ਇੰਗਲੈਂਡ 'ਚ ਰਹਿੰਦੇ ਹੋ ਤਾਂ ਕਿੱਥੇ ਰਹਿੰਦੇ ਹੋ ਸੋ ਦੈਟ ਕਿ ਜਿਹੜੇ ਸਾਡੇ ਪੰਜਾਬੀ ਵੀਰ ਲੁਧਿਆਣਾ ਦੇ ਹੈਗੇ ਆ ਤੁਹਾਨੂੰ ਜਾਣਦੇ ਹੋ ਲੁਧਿਆਣਾ 'ਚ ਤੁਹਾਨੂੰ ਅਪਰੋਚ ਕਰ ਸਕਣ ਜਾਂ ਮਿਲ ਸਕਣ ਉਹਨਾਂ ਨੂੰ ਪਤਾ ਲੱਗੇ ਤੁਹਾਡੇ ਬਾਰੇ ਹੋਰ ਜੀ ਸੋ ਮੈਂ ਲੁਧਿਆਣਾ ਵਿੱਚ ਬੋਰਨ ਹੋਈ ਸੀ ਆਤਮ ਨਗਰ ਔਰ ਮੈਂ 3 ਸਿਸਟਰਸ ਐਂਡ ਇੱਕ ਬ੍ਰਦਰ ਹਾਂ ਅਤੇ ਮੇਰੇ ਪੈਰੈਂਟਸ ਹੈਗੇ ਸੀ ਮੈਨੂਫੈਕਚਰਿੰਗ ਬਿਜ਼ਨਸ ਵਿੱਚ ਹੋਜ਼ਰੀ ਬਿਜ਼ਨਸ ਵਿੱਚ ਅਤੇ ਮੈਂ ਹਜੇ 19 ਈਅਰ ਦੀ ਸੀਗੀ ਜਦੋਂ ਮੇਰੀ ਸ਼ਾਦੀ ਹੋ ਗਈ ਮੈਂ ਫਿਨਿਸ਼ ਕੀਤੀ ਡਿਗਰੀ ਐਂਡ ਮੈਂ ਫੈਸ਼ਨ ਡਿਜ਼ਾਈਨਿੰਗ ਕਰ ਰਹੀ ਸੀ ਔਰ ਉਦੋਂ 19 ਦੀ ਏਜ ਵਿੱਚ ਮੇਰੀ ਸ਼ਾਦੀ ਹੋ ਗਈ ਔਰ ਮੇਰੀ ਜੋ ਸਟੋਰੀ ਹੈ ਇਸੇ ਬਾਰੇ ਕਿ ਕਿਵੇਂ ਐਜ਼ ਅ ਕੌਨਫੀਡੈਂਟ ਵੂਮਨ ਕਿਉਂਕਿ ਮੇਰੀ ਅਪਬ੍ਰਿੰਗਿੰਗ ਉਸ ਹਿਸਾਬ ਨਾਲ ਹੋਈ ਸੀ ਕਿ ਆਈ ਵਾਜ਼ ਵੈਰੀ ਕੌਨਫੀਡੈਂਟ ਉਹ ਵੈਰੀ ਅਸਰਟਿਵ ਜੋ ਮੈਂ ਕਹਿਣਾ ਸੀ ਉਹ ਕਹਿਣਾ ਸੀ ਉਹ ਜੋ ਮੈਂ ਕਰਨਾ ਸੀ ਉਹ ਕਰਨਾ ਸੀ ਉਹ ਮੇਰੀ ਸਟੋਰੀ ਦਾ ਮਕਸਦ ਇਹੀ ਹੈ ਕਿ ਮੈਂ ਜੋ ਮੇਰੀ ਪਰਸਨੈਲਿਟੀ ਅੰਦਰ ਹੈ ਉਹੀ ਮੇਰੀ ਪਰਸਨੈਲਿਟੀ ਬਾਹਰ ਹੈ ਉਹ ਜੇ ਆਪਾਂ ਆਪਣੀ ਟਰੂ ਨੇਚਰ ਨੂੰ ਲੈ ਕੇ ਚੱਲੀਏ ਕਈ ਵਾਰੀ ਆਪਾਂ ਹੁੰਦਾ ਕਿ ਆਪਣੀ ਟਰੂ ਨੇਚਰ ਨੂੰ ਦਬਾ ਲੈਂਦੇ ਹਾਂ ਕਈ ਵਾਰੀ ਆਪਾਂ ਕਹਿੰਦੇ ਕਿ ਚਲੋ ਇੱਥੇ ਕੰਪਰੋਮਾਈਜ਼ ਕਰ ਲਓ ਜਦੋਂ ਇਹਦੇ ਹਿਸਾਬ ਨਾਲ ਜੀ ਲਓ ਆਪਾਂ ਕੰਪਰੋਮਾਈਜ਼ ਕਰਦੇ ਕਰਦੇ ਘਰ ਦੀ ਪੀਸ ਲਈ ਸ਼ਾਂਤੀ ਲਈ ਆਪਾਂ ਬਹੁਤ ਕੰਪਰੋਮਾਈਜ਼ ਕਰਦੇ ਉਹ ਆਪਣੇ ਆਪ ਨੂੰ ਉਹ ਕੰਪਰੋਮਾਈਜ਼ ਵਿੱਚ ਖੋ ਦਿੰਦੇ ਆ ਉਹ ਮੇਰਾ ਲਾਈਫ ਵਿੱਚ ਇੱਕੋ ਰੂਲ ਰਿਹਾ ਜੋ ਮੈਂ ਅੰਦਰ ਉਹ ਮੈਂ ਬਾਹਰ ਮੈਂ ਕਿਸੇ ਨੂੰ ਆਪਣੇ ਵੱਲੋਂ ਕੋਈ ਦੁਖੀ ਨਹੀਂ ਕੀਤਾ ਕੋਈ ਮੈਂ ਲੜਾਈ ਝਗੜੇ ਕਰਕੇ ਆਪਣੀ ਲਾਈਫ ਨੂੰ ਨਹੀਂ ਬਣਾਇਆ ਇਟ ਵਾਸ ਵੈਰੀ ਸਿੰਪਲ ਬਟ ਆਈ ਵਾਸ ਜਸਟ ਟਰੂ ਟੂ ਮਾਈ ਨੇਚਰ ਜੋ ਮੇਰੀ ਨੇਚਰ ਸੀ ਮੈਂ ਉਹਨੂੰ ਟਰੂ ਰੱਖਿਆ ਕਿਉਂਕਿ ਕਈ ਵਾਰੀ ਆਪਾਂ ਉਹ ਬੰਦੇ ਕਰਕੇ ਆਪਾਂ ਉਹਨਾਂ ਵਰਗਾ ਚੇਂਜ ਹੋ ਜਾਂਦੇ ਉਹਨਾਂ ਕਰਕੇ ਆਪਾਂ ਉਹਨਾਂ ਵਰਗਾ ਚੇਂਜ ਹੋ ਜਾਂਦੇ ਦੈਨ ਤੁਸੀਂ ਆਪਣੀ ਪਰਸਨੈਲਿਟੀ ਨੂੰ 24 ਘੰਟੇ ਚੇਂਜ ਕਰਦੇ ਰਹਿੰਦੇ ਦੈਨ ਤੁਸੀਂ ਆਪਣੀ ਪਰਸਨੈਲਿਟੀ ਨੂੰ ਖੋ ਲੈਂਦੇ ਹੋ ਸੋ ਮੇਰੀ ਜੋ ਸਟੋਰੀ ਹੈ ਇਸੇ ਬਾਰੇ ਹੈ ਕਿ ਜੋ ਤੁਸੀਂ ਹੋ ਉਹ ਬਣ ਕੇ ਰਹੋ ਜੇ ਤੁਸੀਂ ਬਣ ਕੇ ਰਹੋਗੇ ਨਾ ਲਾਈਫ 'ਚ ਇੰਨੇ ਚੈਲੰਜਸ ਆਉਣਗੇ ਉਹ ਤੁਹਾਨੂੰ ਔਖੇ ਨਹੀਂ ਲੱਗਣਗੇ ਹੁਣ ਮੈਂ ਇੱਥੋਂ ਇੰਡੀਆ ਤੋਂ ਗਈ UK ਕੋਈ ਫੈਮਿਲੀ ਮੈਂਬਰਸ ਨਹੀਂ ਕੋਈ ਕੁਛ ਨਹੀਂ ਸੀ ਐਂਡ ਫਿਰ ਤੁਸੀਂ ਉੱਥੇ ਜਾ ਕੇ ਕੰਮ ਕੀਤਾ ਕਿਸ ਤਰ੍ਹਾਂ ਦਾ ਕੰਮ ਕੀਤਾ ਦੈਨ ਆਈ ਓਪਨ ਮਾਈ ਬਿਜ਼ਨਸ ਉਹ ਬਿਜ਼ਨਸ ਸਕਸੈਸਫੁਲ ਹੋਇਆ ਉਹਨੂੰ ਅਵਾਰਡਸ ਮਿਲੇ ਅਵਾਰਡਸ ਤਾਂ ਖੈਰ ਤੁਸੀਂ ਚਲੋ ਦੈਟਸ ਨਾਈਸ ਕਿ ਤੁਹਾਨੂੰ ਅਵਾਰਡ ਮਿਲੇ ਤੁਹਾਨੂੰ ਲੱਗਦਾ ਕਿ ਦੂਜੇ ਲੋਕ ਤੁਹਾਡੀ ਕੰਮ ਦੀ ਪ੍ਰਸ਼ੰਸਾ ਕਰ ਰਹੇ ਨੇ ਫਿਰ ਮੈਂ ਬੁੱਕ ਵਿੱਚ ਵੀ ਆਈ ਸੋ ਇਹ all ਬਿਕੋਜ਼ ਆਫ ਦਾ ਕੌਨਫੀਡੈਂਸ ਹੈ ਸੀ ਅਸਰਟਿਵਨੈਸ ਹੈ ਸੀ ਆਪਣੀ ਮਨ ਨਾਲ ਜ਼ਿੰਦਗੀ ਜੀਣ ਦਾ ਜੋ ਜਜ਼ਬਾ ਸੀ ਉਹ ਹੈ ਸੀ ਇਸ ਕਰਕੇ ਮੈਂ ਕਿੱਥੋਂ ਦੀ ਮੈਂ ਕਿੱਥੇ ਪਹੁੰਚ ਗਈ ਇੰਡੀਆ ਰਹਿੰਦੀ ਅਤੇ ਸ਼ਾਇਦ ਮੈਂ ਕੰਫਰਟੇਬਲ ਲਾਈਫ ਜੀਂਦੀ ਹੁੰਦੀ ਰਾਮੂ ਸ਼ਾਮੂ ਮੇਰੇ ਆਸੇ ਪਾਸੇ ਹੁੰਦੇ ਐਂਡ ਇਟ ਵਾਸ ਕੰਫਰਟੇਬਲ ਬਟ ਓਬਵੀਅਸਲੀ ਇਨ UK you work hard but if you have confidence you can tackle anything so story ਮੇਰੀ ਹੈ confidence ਦੇ ਬਾਰੇ ਔਰ importance of being you ਜੋ ਤੁਸੀਂ ਹੋ ਉਹਦੇ ਹਿਸਾਬ ਨਾਲ ਜ਼ਿੰਦਗੀ ਜਿਓ ਤੇ ਲਾਈਫ ਬੜੀ ਈਜ਼ੀ ਬੜੀ ਸਿੰਪਲ ਹੁੰਦੀ ਹੈ ਮੈਮ ਤੁਸੀਂ ਬਹੁਤ ਅੱਛੀਆਂ ਗੱਲਾਂ ਕੀਤੀਆਂ ਕਿ ਇੱਦਾਂ ਦੀ ਗੱਲ ਹੁੰਦੀ ਹੈ ਇੱਕ ਤੁਸੀਂ ਲੜਕੀ ਹੋ ਇੰਡੀਆ ਦੇ ਵਿੱਚ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਇੱਕ ਲੜਕੀ ਲਈ ਔਰ ਇੰਗਲੈਂਡ ਦੇ ਵਿੱਚ ਇੱਕ ਲੜਕੀ ਲਈ ਜਿਹੜਾ ਸੋਚ ਹੈ ਉਹਦੇ ਬਾਰੇ ਕੁਝ ਦੱਸੋ ਕਿ ਕਿੰਨਾ ਕੁ ਫਰਕ ਹੈ ਲੋਕਾਂ 'ਚ ਇੱਕ ਲੜਕੀ ਲਈ ਇੰਡੀਆ ਦੀ ਲਾਈਫ ਜ਼ਿਆਦਾ ਸੌਖੀ ਹੈ ਜਾਂ ਇੰਗਲੈਂਡ ਦੇ ਵਿੱਚ ਉਹਨੂੰ ਜ਼ਿਆਦਾ ਈਜ਼ੀ ਹੈ ਜਾਂ ਉਹਦੇ ਲਈ ਰਿਸਪੈਕਟ ਹੈਗੀ ਹੈ ਸਿੰਪਲ ਕੁਐਸਚਨ ਬਟ ਡਿਫਿਕਲਟ ਆਨਸਰ ਕਿਉਂਕਿ ਜੋ ਮੇਰੀ ਸੋਚ ਹੈ ਬਾਕੀਆਂ ਦੀ ਸੋਚ ਨਹੀਂ ਕਿਉਂਕਿ ਮੈਨੂੰ ਪਤਾ ਹੈ ਕਿ ਜਿਹੜੇ ਅੱਜ ਕੱਲ੍ਹ ਦੇ ਟੀਨੇਜਰ ਨੇ ਉਹਨਾਂ ਨੇ ਕਹਿਣਾ ਡੈਫੀਨਿਟਲੀ ਨਾਟ ਬਟ ਮੇਰੀ ਸੋਚ ਹੈ ਕਿ ਲਾਈਫ ਇਨ ਇੰਡੀਆ ਈਜ਼ੀ ਹੈ ਕੰਫਰਟੇਬਲ ਹੈ ਤੁਹਾਡੇ ਹਸਬੈਂਡ ਪਤੀਦੇਵ ਤੁਸੀਂ ਕੰਮ ਜੇ ਆਫਟਰ ਮੈਰਿਜ ਤੁਹਾਡੇ ਹਸਬੈਂਡ ਐਂਡ ਪਤੀਦੇਵ ਕੰਮ ਕਰ ਰਹੇ ਨੇ ਔਰ ਤੁਸੀਂ ਆਰਾਮ ਨਾਲ ਲਾਈਫ ਇੰਜੋਏ ਕਰ ਰਹੇ ਹੋ ਬਟ ਦੈਨ ਉਹਦਾ ਦੂਸਰੀ ਸਾਈਡ ਦਾ ਕੋਈ ਨਾ ਵੀ ਹੈ ਕਿ ਜਦੋਂ ਤੁਹਾਨੂੰ ਹਸਬੈਂਡ ਅੱਛਾ ਨਾ ਮਿਲੇ ਔਰ ਜੇ ਹਸਬੈਂਡ ਕਮਾਉਂਦਾ ਹੋਵੇ ਅਤੇ ਤੁਸੀਂ ਇੰਡੀਪੈਂਡੈਂਟ ਨਹੀਂ ਹੋ ਅਤੇ ਫਿਰ ਉਹ ਤੁਹਾਡੀ ਕਿਤੇ ਕਿਤੇ ਇੱਛਾਵਾਂ ਕਿਤੇ ਡਰੀਮਸ ਤੁਹਾਡੇ ਸਪਰੈਸ ਹੋ ਜਾਂਦੇ ਨੇ ਸੋ ਦੈਟਸ 2 ਸਾਈਡਸ ਆਫ ਦਾ ਕੋਇਨ ਪੰਜਾਬ ਵਿੱਚ ਇਨ ਇੰਗਲੈਂਡ ਕਿਉਂਕਿ ਤੁਸੀਂ ਖੁਦ ਦਾ ਕਮਾਉਣਾ ਤੁਸੀਂ ਆਪਣੇ ਹਸਬੈਂਡ ਨੂੰ ਹੈਲਪ ਕਰਨਾ ਜਾਂ ਹਸਬੈਂਡ ਤੁਹਾਡਾ ਹੈਲਪ ਕਹਿ ਰਿਹਾ ਤੁਸੀਂ ਦੋਨੋਂ ਰਲ ਕੇ ਕੰਮ ਕਰਦੇ ਹੋ ਤੁਸੀਂ ਆਟੋਮੈਟਿਕਲੀ ਇੰਡੀਪੈਂਡੈਂਟ ਹੋ ਜਾਂਦੇ ਹੋ ਤੁਸੀਂ ਆਟੋਮੈਟਿਕਲੀ ਆਪਣਾ ਸੋਚਦੇ ਹੋ ਇੱਦਾਂ ਲੱਗਦਾ ਤੁਹਾਨੂੰ ਇਹ ਨਹੀਂ ਲੱਗਦਾ ਕਿ ਤੁਸੀਂ ਹਸਬੈਂਡ ਦੇ ਪੈਸੇ ਖਰਚ ਰਹੇ ਹੋ ਮੈਂ ਆਪਣੇ ਸੇਵ ਕਰਦੀ ਹਾਂ ਮੈਂ ਆਪਣੇ ਹਸਬੈਂਡ ਦੇ ਖਰਚਦੀ ਹਾਂ ਕਿਉਂਕਿ ਆਪਣੇ ਕਮਾਏ ਖਰਚੇ ਦਾ ਨਾ ਮਜ਼ਾ ਨਹੀਂ ਫੀਲਿੰਗ ਨਹੀਂ ਆਉਂਦੀ ਕਿ ਹਸਬੈਂਡ ਦੇ ਪੈਸੇ ਨਾ ਉਹ ਤੁਸੀਂ ਇੰਡੀਆ 'ਚ ਬਰੋਟ ਅਪ ਹੋਏ ਹੋ ਨਾ ਜਿੰਨੇ ਤੱਕ ਹਸਬੈਂਡ ਦਾ ਖਰਚਾ ਨਾ ਹੋਏ ਉਹ ਖੁਸ਼ੀ ਨਹੀਂ ਆਉਂਦੀ ਸੋ ਆਈ ਜਸਟ ਸਪੈਂਡ ਹਿਜ਼ ਮਨੀ ਪਰ in England it's hard work you have to stand up on your own feet but it's good ਕਿਉਂਕਿ ਤੁਹਾਨੂੰ ਉੱਥੇ ਇੰਡੀਪੈਂਡੈਂਸੀ ਦਾ ਚਾਂਸ ਮਿਲਦਾ ਹੈ ਠੀਕ ਹੈ ਸੋ ਜਿਵੇਂ ਤੁਸੀਂ ਇੰਗਲੈਂਡ ਦੇ ਵਿੱਚ ਕਹਿੰਦੇ ਆ ਇੱਦਾਂ ਦੀ ਵੀ ਗੱਲਾਂ ਹੁੰਦੀਆਂ
ਕਿ ਆਪਾਂ ਗੱਲ ਕਰਨ ਨੂੰ ਤਰਸ ਜਾਂਦੇ ਹੈਗੇ ਆ, ਜੋ ਇੱਥੇ ਬੈਠ ਕੇ ਦੱਸਿਆ ਜਾਂਦਾ ਕਿ ਉੱਥੇ ਤਾਂ ਗੱਲ ਵੀ ਕਰਨ ਲਈ ਪੈਸੇ ਦੇਣੇ ਪੈਂਦੇ ਦੂਜਿਆਂ ਨੂੰ ਕਿ ਭਾਈ ਸਾਡੀ ਕੋਈ ਗੱਲ ਤਾਂ ਸੁਣ ਲਵੇ। ਸੋ ਇਦਾਂ ਦੀਆਂ ਵੀ ਗੱਲਾਂ ਹੁੰਦੀਆਂ। ਬਿਲਕੁਲ ਹੁੰਦੀ ਹੈ, ਕਿਉਂਕਿ ਉੱਥੇ ਆਈਸੋਲੇਸ਼ਨ ਹੈ। ਉੱਥੇ ਜਿਵੇਂ ਹਰ ਬੰਦੇ ਦੀ ਫੈਮਿਲੀ ਸਰਕਲ ਬਹੁਤ ਛੋਟਾ ਹੈ। ਇੰਡੀਆ 'ਚ ਹੈਗੀ ਐਕਸਟੈਂਡਡ ਫੈਮਿਲੀ ਹੈ, ਇਹਦੇ ਕੋਲ ਗੱਲ ਕਰ ਲਈ, ਉਹਦੇ ਕੋਲ ਗੱਲ ਲਈ, ਉਹਦੇ ਕੋਲ ਗੱਪਾਂ ਸੁਣ ਲਿਆ, ਦੋ ਚਾਰ ਉਦੋਂ ਸੁਣ, ਬੋਡੀ ਵੈਸੇ ਹੀ ਚਾਰਜ ਹੋ ਜਾਂਦੀ ਗੱਲਾਂ ਸੁਣ ਕੇ। ਉੱਥੇ ਹੈਗਾ ਕਿ ਤੁਸੀਂ ਫੈਮਿਲੀ ਸਰਕਲ ਬਹੁਤ ਛੋਟਾ ਹੈ, ਅਤੇ ਇਨ ਮਾਈ ਕੇਸ ਦੇ ਵਰ 올 ਇਨ ਲॉस, ਸੋ ਉਹਦੇ ਕਰਕੇ ਕਾਫੀ ਲੋਕਾਂ ਨੂੰ ਉੱਥੇ ਪ੍ਰੋਬਲਮ ਆਉਂਦੀ ਵੀ ਹੈ। ਬਟ ਦੈਨ ਤੁਸੀਂ ਆਪਣੇ ਫਰੈਂਡਸ ਬਣਾਉਂਦੇ ਹੋ ਆਪਣੀ ਨੇਚਰ ਦੇ ਹਿਸਾਬ ਨਾਲ, ਆਪਣੇ ਸਰਕਲ ਦੇ ਹਿਸਾਬ ਨਾਲ। ਜਿਵੇਂ ਜਿਵੇਂ ਮੇਰਾ ਕੰਮ ਚੱਲਦਾ ਗਿਆ, ਜਿਵੇਂ ਜਿਵੇਂ ਮੇਰਾ ਬਿਜ਼ਨਸ ਚੱਲਦਾ ਗਿਆ, ਮੈਂ ਆਪਣੇ ਫਰੈਂਡਸ ਬਣਾਏ। ਪਰ ਦ ਪ੍ਰੋਬਲਮ ਆਉਂਦੀ ਹੈ ਆਈਸੋਲੇਸ਼ਨ। ਉੱਥੇ ਕਾਉਂਸਲਿੰਗ ਵੈਰੀ ਪੋਪੂਲਰ ਹੈ। ਜਿਨ੍ਹਾਂ ਲੋਕਾਂ ਨੂੰ ਬਹੁਤ ਮੈਂਟਲੀ ਪ੍ਰੋਬਲਮ ਆਉਂਦੀਆਂ ਨੇ ਅਤੇ ਉਹਨਾਂ ਲਈ ਕਾਉਂਸਲਿੰਗ ਹੈ, ਸਾਈਕੋਥੈਰੇਪੀ ਹੈ, ਇੱਦਾਂ ਦੀ ਸਰਵਿਸਿਜ਼ ਹੈ। ਮੈਂ ਆਫਰ ਕਰਦੀ ਹਾਂ ਲਾਈਫ ਕੋਚਿੰਗ ਐਂਡ NLP, ਜਿਹਦੇ ਵਿੱਚ ਲੋਕਾਂ ਨੇ ਕਦੀ ਲਾਈਫ ਵਿੱਚ ਆਪਣਾ ਕੁਛ ਡਰੀਮ ਸੋਚਿਆ ਹੋਵੇ, ਉਹਨੂੰ ਕਿਵੇਂ ਫੁਲਫਿਲ ਕਰਨਾ ਹੈ, ਅਤੇ ਮੈਂ ਫਿਰ ਲਾਈਫ ਕੋਚਿੰਗ ਦੇ ਥਰੂ ਜਾਂ NLP ਦੇ ਥਰੂ ਉਹਨਾਂ ਨੂੰ ਮੈਂ ਹੈਲਪ ਕਰਦੀ ਹਾਂ। ਔਰ ਮੈਂ ਹੋਰ ਔਨਲਾਈਨ ਕੋਰਸ ਵੀ ਕੀਤਾ, ਦ ਮੈਜਿਕ ਟੂਲ ਕਿਟ ਫਰੋਮ ਸਟ੍ਰੈਸ ਟੂ ਸਕਸੈਸ। ਔਰ ਜਿਨ੍ਹਾਂ ਨੂੰ ਸਟ੍ਰੈਸ ਦੀ ਪ੍ਰੋਬਲਮ ਹੈ, ਐਂਗਜ਼ਾਇਟੀ ਦੀ ਪ੍ਰੋਬਲਮ ਹੈ ਜਾਂ ਕੌਨਫੀਡੈਂਸ ਦੀ ਪ੍ਰੋਬਲਮ ਹੈ, ਜੇ ਉਹ ਕੋਰਸ ਕਰ ਲੈਣਗੇ ਦੇ ਵਿਲ ਹੈਵ ਪਲੈਂਟੀ ਆਫ ਕੌਨਫੀਡੈਂਸ। ਸਟ੍ਰੈਸ ਔਰ ਐਂਗਜ਼ਾਇਟੀ ਉਹ ਉਹਨਾਂ ਦੀ ਲਾਈਫ ਵਿੱਚ ਹੋਣੀ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੋਏਗਾ ਕਿ ਉਹਨੂੰ ਕਿਵੇਂ ਮੈਨੇਜ ਕਰਨਾ। ਔਰ ਸਟ੍ਰੈਸ ਐਂਡ ਐਂਗਜ਼ਾਇਟੀ ਬਹੁਤ ਵੱਡੀ ਪ੍ਰੋਬਲਮ ਹੈ ਇਸ ਟਾਈਮ। ਹਰ ਇੱਕ ਬੰਦੇ ਨੂੰ ਉਹ ਸਟ੍ਰੈਸ ਐਂਡ ਐਂਗਜ਼ਾਇਟੀ ਹੈ ਨਹੀਂ ਕਿ ਉਹਨੂੰ ਇੱਕ ਬੰਦੇ ਨੂੰ ਛੋੜ ਕੇ ਪ੍ਰੋਬਲਮ ਹੋਣੀ ਹੈ, ਸਾਰਿਆਂ ਨੂੰ ਕਿਸੇ ਨਾ ਕਿਸੇ ਲੈਵਲ 'ਤੇ ਹੁੰਦੀ ਹੈ। ਸੋ ਇਸ ਕਰਕੇ ਮੈਂ ਔਨਲਾਈਨ ਕੋਰਸ ਕੀਤਾ ਹੈ ਕਿ ਜਿਹੜਾ ਬੰਦਾ ਇੰਡੀਆ 'ਚ ਰਹਿ ਕੇ, UK 'ਚ ਰਹਿ ਕੇ, ਨਿਊਜ਼ੀਲੈਂਡ 'ਚ ਰਹਿ ਕੇ ਉਹ ਕੋਰਸ ਔਨਲਾਈਨ ਕਰ ਸਕਦਾ ਹੈ ਕਿ ਆਪਣੀ ਸਟ੍ਰੈਸ ਨੂੰ ਮੈਨੇਜ ਕਰਨ, ਕੌਨਫੀਡੈਂਸ ਨੂੰ ਇਨਕਰੀਜ਼ ਕਰਨ, ਦੈਨ ਯੂ ਕੈਨ ਅਚੀਵ ਐਨੀਥਿੰਗ। ਜਿਹੜੀ ਤੁਹਾਡੀ ਬੁੱਕ ਦੇ ਵਿੱਚ ਜਿਵੇਂ ਤੁਸੀਂ ਤੁਹਾਡੀ ਸਟੋਰੀ ਕਵਰ ਕੀਤੀ ਗਈ ਹੈ, ਉਹ ਤੁਸੀਂ ਦੱਸਿਆ ਕਿ ਟੋਟਲ 32 ਹੋਰ ਵੀ ਹੈ ਤੁਹਾਡੇ ਤੋਂ ਇਲਾਵਾ, ਟੋਟਲ 33 ਹੈ। ਸੋ ਉਹਨਾਂ ਨੂੰ ਕਵਰ ਕੀਤਾ ਗਿਆ, ਉਹਨਾਂ ਦੇ ਬਾਰੇ ਕੁਛ, ਜੇ ਇਹ ਬੁੱਕ ਦੇ ਬਾਰੇ ਅਸੀਂ ਕੁਛ ਜਾਣਨਾ ਹੋਵੇ ਤੇ ਜਿਹੜੇ ਸਾਡੇ ਦਰਸ਼ਕ ਹੈ ਕਿੱਥੇ ਜਾਣ ਸਕਦੇ, ਕਿੱਦਾਂ ਇਹਨਾਂ ਨੂੰ ਇਹ ਬੁੱਕ ਮਿਲ ਸਕਦੀ ਹੈ, ਇਹ ਸਾਰੀ ਚੀਜ਼ਾਂ ਵੀ ਦੱਸੋ। ਠੀਕ ਹੈ, ਸੋ ਮੈਂ ਤੁਹਾਨੂੰ ਲਿੰਕ ਦਊਂਗੀ ਬੁੱਕ ਦਾ। ਤੁਸੀਂ ਅਗਰ ਕਿਸੇ ਨੇ ਬੁੱਕ ਖਰੀਦਣੀ ਹੈ, ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਲਾਈਫ ਵਿੱਚ ਕੁਝ ਪਾ ਕੇ ਹਜੇ ਕੁਝ ਪਾਉਣ ਦੀ ਇੱਛਾ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਲਾਈਫ ਖਤਮ ਹੋ ਗਈ ਹੈ, ਬਟ ਡੋਂਟ ਵਰੀ, ਹਜੇ ਬਹੁਤ ਲਾਈਫ ਪਈ ਹੈ, ਯੂ ਕੈਨ ਅਚੀਵ ਮੈਨੀ ਥਿੰਗਸ। ਤੁਸੀਂ ਇਹ ਬੁੱਕ ਪੜ੍ਹੋ ਔਰ ਉਹਦੇ 'ਚ ਇੰਸਪੀਰੇਸ਼ਨ ਲਓ। ਹਰ ਇੱਕ ਸਟੋਰੀ ਵਿੱਚ ਤੁਹਾਨੂੰ ਇੰਨੀ ਇੰਸਪੀਰੇਸ਼ਨ ਮਿਲਣੀ ਹੈ, ਤੁਸੀਂ ਪਹਿਲੀ ਵੀ ਸਟੋਰੀ ਪੜ੍ਹੋਗੇ ਨਾ, ਯੂ ਵਿਲ ਬੀ ਚਾਰਜਡ। ਸੋ ਰੀਡ ਕਰੋ ਸਟੋਰੀ, I'll give you the link ਤੇ ਤੁਸੀਂ ਆਰਡਰ ਕਰਨਾ। ਔਰ ਇਹ ਬੁੱਕ ਤੁਹਾਡੀ ਲਾਈਫ ਦੀ ਸਭ ਤੋਂ ਬੈਸਟ ਬੁੱਕ ਹੋਏਗੀ, ਕਿਉਂਕਿ ਐਜ਼ ਵੂਮਨ ਵੀ ਨੀਡ ਇੰਸਪੀਰੇਸ਼ਨ, ਔਰ ਇੰਸਪੀਰੇਸ਼ਨ ਦੂਸਰੀ ਵੂਮਨ ਤੋਂ ਆਏ ਜਿਹਨੇ ਆਲਰੇਡੀ ਚੈਲੰਜਿਸ ਦੇ ਥਰੂ ਹੋ ਕੇ ਆਪਣੀ ਸਕਸੈਸ ਦਿਖਾਈਏ, ਤਾਂ ਇਟਸ ਈਵਨ ਬੈਟਰ। ਕੁਝ ਹੋਰ ਦੱਸਣਾ ਚਾਹੋਗੇ ਤੁਸੀਂ ਆਪਣੇ ਵੱਲੋਂ ਬੁੱਕ ਬਾਰੇ, ਜਿਹੜਾ ਜਾਂ ਕੋਈ ਇੱਦਾਂ ਦਾ ਕੁਐਸਚਨ ਜਿਹੜਾ ਸਾਨੂੰ ਪੁੱਛਣਾ ਚਾਹੀਦਾ ਸੀ, ਹੋ ਸਕਦਾ ਸੀ ਨਾ ਪੁੱਛਿਆ? ਨਹੀਂ, ਬੁੱਕ ਹੈ ਸਿਰਫ ਚੈਲੰਜਿਸ, ਕਿ ਚੈਲੰਜਿਸ ਨੂੰ ਦੇਖ ਕੇ ਘਬਰਾਉਣਾ ਨਹੀਂ ਹੈ। ਚੈਲੰਜਿਸ ਜਦੋਂ ਲਾਈਫ, ਮੇਰੀ ਇੱਕ ਵੈਸੇ ਥਿਊਰੀ, ਮੈਂ ਖੁਦ ਆਪਣੀ ਤੁਹਾਨੂੰ ਥਿਊਰੀ ਸ਼ੇਅਰ ਕਰਦੀ ਹਾਂ ਕਿ ਜਦੋਂ ਚੈਲੰਜਿਸ ਲਾਈਫ 'ਚ ਆਉਂਦੇ ਨੇ, ਚੈਲੰਜਿਸ ਆਪਾਂ ਨੂੰ ਕੁਝ ਸਿਖਾਉਣ ਲਈ ਆਉਂਦੇ ਨੇ। ਜਦੋਂ ਚੈਲੰਜਿਸ ਆ, ਇਹ ਨਹੀਂ ਸੋਚਣਾ ਹਾਏ ਮੈਨੂੰ ਕੀ ਹੋਇਆ, ਹਾਏ ਮੇਰੀ ਪ੍ਰੋਬਲਮ ਸਾਰੀਆਂ ਇਕੱਠੀਆਂ ਕਿਉਂ ਆ ਰਹੀਆਂ, ਔਰ ਇਹ ਬੈਡ ਥਿੰਗਸ 3 ਵਾਰੀ ਕਿਉਂ ਆ ਰਹੀ ਹੈ, ਇੱਕ ਵਾਰੀ ਆਈ ਹੈ, ਦੂਜੀ ਵਾਰੀ ਵੀ ਆਏਗੀ, ਤੀਜੀ ਵਾਰੀ ਵੀ ਆਏਗੀ, ਇਹ ਨਹੀਂ ਸੋਚਣਾ। ਤੁਸੀਂ ਇਹ ਸੋਚਣਾ ਕਿ ਜੋ ਵੀ ਚੈਲੰਜਿਸ ਆਏ ਨੇ, ਉਹ ਜਦੋਂ ਤੁਹਾਨੂੰ ਛੋੜ ਕੇ ਜਾਣਗੇ ਨਾ ਤੁਹਾਡੀ ਫੈਮਿਲੀ ਲਾਈਫ ਨੂੰ, ਉਹ ਤੁਹਾਨੂੰ ਸਟਰੋਂਗ ਬਣਾ ਕੇ ਛੋੜਨਗੇ। ਸੋ ਫੇਸ ਦ ਚੈਲੰਜਿਸ, ਬਿਕੋਜ਼ ਚੈਲੰਜਿਸ ਟੀਚ ਯੂ ਸਮਥਿੰਗ। ਓਕੇ, ਥੈਂਕ ਯੂ। ਸੋ ਦੋਸਤੋ, ਇਹ ਸੀਗੇ ਸਾਡੇ ਨਾਲ ਜਿਹੜੇ ਮੋਨਿਕਾ ਜੀ ਹੈ। ਸੋ ਮੋਨਿਕਾ ਜੀ ਨੇ ਦੱਸਿਆ ਕਿ ਕਿੱਦਾਂ ਇਹਨਾਂ ਨੂੰ ਇੱਕ ਮੌਕਾ ਮਿਲਿਆ। ਸਭ ਤੋਂ ਸਾਡੇ ਲਈ ਵੀ ਖੁਸ਼ੀ ਦੀ ਗੱਲ ਹੈ, ਅਸੀਂ ਤੁਹਾਨੂੰ ਉਹੋ ਜਿਹੀ ਸ਼ਖਸੀਅਤ ਨਾਲ ਮਿਲਾਇਆ ਜਿਨ੍ਹਾਂ ਨੂੰ 5 ਕੰਟੀਨੈਂਟਲਸ ਦੀ 33 ਵੂਮਨਸ ਦੇ ਵਿੱਚ ਇਹਨਾਂ ਨੂੰ ਕਵਰ ਹੋਣ ਦਾ ਇੱਕ ਬੁੱਕ ਦੇ ਵਿੱਚ ਮੌਕਾ ਮਿਲਿਆ। ਔਰ ਬੁੱਕ ਦਾ ਨਾਮ ਇਹਨਾਂ ਨੇ ਵੀ ਦੱਸਿਆ, ਅਸੀਂ ਵੀ ਤੁਹਾਨੂੰ ਦੱਸ ਰਹੇ ਹਾਂ, ਦ ਨਿਊ ਵੂਮਨ ਬੁੱਕ ਹੈਗੀ ਹੈ। ਲਿੰਕ ਅਸੀਂ ਇਹਦੇ ਵਿੱਚ ਤੁਹਾਨੂੰ ਨਾਲ ਦਿਖਾ ਦਾਂਗੇ, ਅਤੇ ਪਲੱਸ ਨੀਚੇ ਨੰਬਰ ਡਿਟੇਲ ਵੀ ਦੇ ਦਾਂਗੇ, ਸੋ ਦੈਟ ਕਿ ਤੁਸੀਂ ਉਹਦੇ ਵਿੱਚੋਂ ਉਹ ਬੁੱਕਸ ਨੂੰ ਆਰਡਰ ਵੀ ਕਰ ਸਕਦੇ ਹੋ। ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ 33 ਵੂਮਨਸ ਦੀ ਜਿਹੜੀ ਲਾਈਫ ਹੈ, ਇਹਨਾਂ ਦੇ ਜਿਹੜੀ ਆਹ ਸਟੋਰੀ ਹੈ, ਇਹਨਾਂ ਦੇ ਖੱਟੇ ਮਿੱਠੇ ਜਿਹੜੇ ਅਹਿਸਾਸ ਹੈਗੇ ਹੈ, ਜਿਹੜੇ ਅਨੁਭਵ ਹੈਗੇ ਆ, ਇਹਨਾਂ ਤੋਂ ਬਹੁਤ ਸਾਰੀਆਂ ਜਿਹੜੀਆਂ ਹੋਰ ਵੀ ਲੇਡੀਜ਼ ਹੈਗੀਆਂ, ਵੂਮਨਸ ਹੈਗੀਆਂ, ਆਪਣੀ ਲਾਈਫ ਨੂੰ ਇੰਸਪਾਇਰ ਕਰਨਗੀਆਂ, ਉਹਨਾਂ ਤੋਂ ਕੁਝ ਸਿੱਖਣਗੀਆਂ। ਬਹੁਤ ਸਾਰੇ ਚੀਜ਼ਾਂ ਸਾਡੇ ਨਾਲ ਸ਼ਾਇਦ ਮੈਚ ਹੀ ਕਰਦੀਆਂ ਹਨ, ਕਿਉਂਕਿ ਅਸੀਂ ਸਭ ਇੱਕੋ ਤਰ੍ਹਾਂ ਦੇ ਲੋਕ ਆ, ਇੱਕੋ ਤਰ੍ਹਾਂ ਦੇ ਐਟਮੋਸਫੇਅਰ 'ਚ ਜੀਂਦੇ ਹਾਂ। ਸੋ ਇਹ ਸੀ ਸਾਡੀ ਅੱਜ ਦੀ ਰਿਪੋਰਟ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।